ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਜੀ ਰਾਮਪੁਰ ਖੇੜੇ ਵਾਲੇ ਬਾਬਾ ਹਰਨਾਮ ਸਿੰਘ ਜੀ। ਬਾਬਾ ਜੀ ਦੀ ਗੁਫਾ ਹੁਣ ਬਹੁਤ ਸੋਹਣੀ ਤਿਆਰ ਹੋ ਗਈ ਸੀ। ਬਾਬਾ ਜੀ ਦੇ ਮਨ ਵਿੱਚ ਵਿਚਾਰ ਬਣਿਆ ਕਿ ਗੁਫਾ ਤਾਂ ਬਹੁਤ ਸੁੰਦਰ ਬਣ ਗਈ ਹੈ, ਕਿਉਂ ਨਾ ਇੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਈਏ ਅਤੇ ਅੱਗੇ ਜੋ ਬਰਾਂਡਾ ਹੈ ਉਸ ਵਿੱਚ ਆਪਣੀ ਰਿਹਾਇਸ਼ ਰੱਖ ਲਈਏ। ਇਸ ਤਰ੍ਹਾਂ ਜੋ ਸੰਗਤ ਬਾਹਰੋਂ ਆਉਂਦੀ ਹੈ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਿਆ ਕਰੇਗੀ। ਇਹ ਮਨ 'ਚ ਸੋਚ ਕੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰ ਲਿਆ। ਫਿਰ ਰਾਤ ਨੂੰ ਉੱਥੇ ਬਿਜਲੀ ਦਾ ਹਜੇ ਕੋਈ ਪ੍ਰਬੰਧ ਨਹੀਂ ਸੀ। ਬਾਬਾ ਜੀ ਨੇ ਮਨ ਵਿੱਚ ਸੋਚਿਆ ਕਿ ਹੁਣ ਅਸੀਂ ਕਿਸ ਤਰ੍ਹਾਂ ਲੋ ਕਰੀਏ, ਤੇ ਬਾਬਾ ਜੀ ਨੇ ਇਹ ਵੀ ਸੋਚਿਆ ਕਿ ਮਿੱਟੀ ਦੇ ਤੇਲ ਨਾਲ ਦੀਵਾ ਜਗਾ ਦਿੰਨੇ ਹਾਂ। ਪਰ ਮਨ ਵਿੱਚ ਫਿਰ ਵਿਚਾਰ ਆਏ ਕਿ ਮਿੱਟੀ ਦਾ ਤੇਲ ਤਾਂ ਬਦਬੂ ਵਾਲਾ ਹੁੰਦਾ ਹੈ, ਇਹ ਗੁਰੂ ਮਹਾਰਾਜ ਜੀ ਦੇ ਹਜ਼ੂਰ ਵਿੱਚ ਨਹੀਂ ਚਾਹੀਦਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪਣੇ ਸੇਵਕਾਂ ਦੀ ਪੈਜ ਕਿਸ ਤਰ੍ਹਾਂ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇੱਕ ਮਾਈ ਜੋ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਬਾਬਾ ਜੀ ਨੂੰ ਘਿਓ ਦੇ ਕੇ ਆਣਾ ਹੈ, ਉਸ ਦੇ ਮਨ ਵਿੱਚ ਇੰਨੀ ਤੀਬਰ ਇੱਛਾ ਬਣ ਗਈ ਤੇ ਉਹ ਉਸੇ ਵਕਤ ਹੀ ਬਾਬਾ ਜੀ ਦੇ ਹਜ਼ੂਰ ਵਿੱਚ ਘੇ ਲੈ ਕੇ ਆਈ। ਕਿਹਾ, ਬਾਬਾ ਜੀ ਸਾਡੀ ਮੱਝ ਸੂਈ ਸੀ, ਮੈਂ ਕਿੰਨੇ ਦਿਨਾਂ ਤੋਂ ਸੋਚ ਰਹੀ ਸੀ ਕਿ ਪੂਰਾ ਨਹੀਂ ਹੋ ਰਿਹਾ ਸੀ, ਪਰ ਅੱਜ ਮਨ ਵਿੱਚ ਇੰਨੀ ਤੀਬਰ ਇੱਛਾ ਬਣੀ ਕਿ ਅੱਜ ਮੈਂ ਬਾਬਾ ਜੀ ਕੋਲ ਘਿਓ ਜ਼ਰੂਰ ਲੈ ਕੇ ਆਉਣਾ ਹੈ। ਤੇ ਬਾਬਾ ਜੀ ਨੇ ਮਨ ਵਿੱਚ ਸਤਿਗੁਰਾਂ ਦਾ ਬਹੁਤ ਸ਼ੁਕਰਾਨਾ ਕੀਤਾ ਕਿ ਗੁਰੂ ਜੀ ਆਪ ਬਿਨ ਬੋਲਿਆ ਹੀ ਸਭ ਕੁਝ ਜਾਣਦੇ ਹੋ, ਸਾਰੀਆਂ ਜ਼ਰੂਰਤਾਂ ਆਪ ਹੀ ਬਿਨ ਬੋਲਿਆ ਹੀ ਪੂਰੀਆਂ ਕਰ ਦਿੰਦੇ ਹੋ। ਇਸੇ ਤਰ੍ਹਾਂ ਹੀ ਬਾਬਾ ਜੀ ਨਿਤਨੇਮ ਦੇ ਨਾਲ ਹਰ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ ਜਾਂ ਆਪ ਕਰਿਆ ਕਰਦੇ ਸਨ। ਇੱਕ ਦਿਹਾੜੇ ਲਿਵਲੀਨ ਵਿਰਤੀ ਨਾਲ ਆਪ ਜੀ ਪਾਠ ਕਰ ਰਹੇ ਸਨ। ਜਦੋਂ ਇਹਨਾਂ ਪੰਕਤੀਆਂ ਤੇ ਪਾਠ ਆਇਆ, ਮ੍ਰਿਤਕ ਕੋ ਜੀਵਾਲਨ ਹਾਰ, ਭੂਖੇ ਕੋ ਦੇਵਤ ਆਧਾਰ, ਆਪ ਜੀ ਰੁਕ ਗਏ। ਇਹ ਪੰਕਤੀਆਂ ਹੀ ਵਾਰ-ਵਾਰ ਕਈ ਵਾਰ ਦੁਹਰਾਈਆਂ। ਗੁਰਬਾਣੀ ਵਿੱਚ ਅੰਕਤ ਆਛੇ ਦੀ ਬਾਰ ਮਨ ਵਿੱਚ ਪ੍ਰਬਲ ਹੋ ਰਹੀ ਸੀ ਕਿ ਪਰਮੇਸ਼ਵਰ ਦੇ ਨਾਮ ਵਿੱਚ ਕਿੰਨੀ ਵੱਡੀ ਸ਼ਕਤੀ ਹੈ ਜੋ ਮਰੇ ਹੋਏ ਨੂੰ ਵੀ ਜੀਵਤ ਕਰ ਦਿੰਦੀ ਹੈ ਅਤੇ ਅੰਨ ਜਲ ਦੀ ਥਾਂ ਸਰੀਰ ਨੂੰ ਆਧਾਰ ਵੀ ਦਿੰਦੀ ਹੈ। ਸੋ ਇਹਨਾਂ ਤੁਕਾਂ ਨੂੰ ਅਮਲੀ ਤੌਰ ਤੇ ਪਰਖ ਲਈਏ ਤਾਂ ਜੋ ਅਗਾਂਹ ਕਿਸੇ ਵੀ ਜਿਗਿਆਸੂ ਨੂੰ ਡੰਕੇ ਦੀ ਚੋਟ ਨਾਲ ਕਹਿ ਸਕੀਏ ਕਿ ਹੇ ਭਾਈ ਨਾਮੀ, ਅਤੇ ਉਸ ਦੇ ਨਾਮ ਵਿੱਚ ਕਿੱਡੀ ਵੱਡੀ ਮਹਾਨਤਾ ਹੈ ਕਿ ਸਰੀਰ ਦੀਆਂ ਸਾਰੀਆਂ ਲੋੜਾਂ ਨਾਮ ਆਸਰੇ ਪੂਰੀਆਂ ਹੁੰਦੀਆਂ ਹਨ। ਪੂਰੀਆਂ ਹੀ ਨਹੀਂ ਹੁੰਦੀਆਂ, ਉਹ ਸਰੀਰ ਜੋ ਸਰੀਰਕ ਲੋੜਾਂ ਮਹਿਸੂਸ ਕਰਦਾ ਹੈ ਉਸ ਨੂੰ ਜਿਉਂਦਾ ਕਾਇਮ ਰੱਖਣ ਵਾਸਤੇ ਜੋ ਸਰੀਰ ਆਹਾਰ ਹੈ ਉਹ ਵੀ ਨਾਮ ਦੁਆਰਾ ਪੂਰਾ ਹੋ ਸਕਦਾ ਹੈ। ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਪਾਇਆ। ਗਰਮੀ ਦੇ ਦਿਨ ਸਨ। ਉਸੇ ਵੇਲੇ ਬਾਬਾ ਜੀ ਉੱਤਰ ਵਾਲੇ ਪਾਸੇ ਜੋ ਭਾਈ ਥਾਵਾ ਬਾਵਾ ਸਿੰਘ ਜੀ ਦਾ ਡੇਰਾ ਸੀ ਉੱਥੇ ਨੂੰ ਚਲੇ ਪਏ ਤੇ ਸੁਨੇਹਾ ਦੇ ਆਏ ਕਿ ਜਦੋਂ ਸੁਰਜੀਤ ਸਿੰਘ ਬਾਵਾ ਸਿੰਘ ਦਾ ਲੜਕਾ ਆਵੇ ਉਸ ਨੂੰ ਸਾਡੇ ਪਾਸ ਭੇਜ ਦੇਣਾ, ਉਸ ਨਾਲ ਕੋਈ ਜ਼ਰੂਰੀ ਕੰਮ ਹੈ। ਬਾਬਾ ਜੀ ਦੇ ਮਨ ਵਿੱਚ ਫੈਸਲਾ ਤਾਂ ਪਹਿਲਾਂ ਹੀ ਕਰ ਲਿਆ ਸੀ ਕਿ ਇਸ ਪੰਕਤੀ ਦੀ ਪਰਖ ਕੱਲ ਤੋਂ ਆਰੰਭ ਕਰ ਦੇਣੀ ਹੈ। ਸ਼ਾਮ ਪਈ, ਕੰਮ ਤੋਂ ਵਿਹਲਾ ਹੋ ਕੇ ਸੁਰਜੀਤ ਸਿੰਘ ਬਾਬਾ ਜੀ ਪਾਸ ਪਹੁੰਚ ਗਿਆ। ਆਪ ਜੀ ਨੇ ਭਾਈ ਸੁਰਜੀਤ ਸਿੰਘ ਨੂੰ ਕਿਹਾ ਕਿ ਸੁਰਜੀਤ ਸਿੰਘ, ਅਸੀਂ 40 ਦਿਨ ਵਾਸਤੇ ਇਸ ਗੁਫਾ ਵਿੱਚ ਸਿਮਰਨ ਭਜਨ ਕਰਨਾ ਹੈ ਅਤੇ ਕੋਈ ਅੰਨ ਜਲ ਗ੍ਰਹਿਣ ਨਹੀਂ ਕਰਨਾ। ਤੁਸੀਂ 4-5 ਦਿਨ ਧਿਆਨ ਰੱਖਣਾ। ਸ਼ਾਮ ਨੂੰ ਜਾਂ ਸਵੇਰੇ ਆ ਕੇ ਇਹ ਗੁਫਾ ਦਾ ਰੋਸ਼ਨਦਾਨ ਹੈ, ਇਸ ਵਿੱਚ ਦੀ ਸਾਡੇ ਸਰੀਰ ਨੂੰ ਦੇਖ ਜਾਇਆ ਕਰੋ। ਜੇ ਸਾਡਾ ਸਰੀਰ ਛੁੱਟ ਗਿਆ ਤਾਂ ਦਾਹ ਸੰਸਕਾਰ ਕਰਦੇ ਵੀ ਐਵੇਂ ਸਰੀਰ ਖਰਾਬ ਨਾ ਹੋਵੇ। ਜੇ 4-5 ਦਿਨ ਠੀਕ ਰਿਹਾ ਫਿਰ ਕੋਈ ਖੇਚਲ ਕਰਨ ਦੀ ਲੋੜ ਨਹੀਂ। ਇਹ ਵਚਨ ਸੁਣ ਕੇ ਪ੍ਰੇਮੀ ਦਾ ਮਨ ਭਰ ਗਿਆ ਕਿ ਸ਼ਾਇਦ ਸੱਚਮੁੱਚ ਹੀ ਕੋਈ ਭਾਣਾ ਨਾ ਵਰਤ ਜਾਵੇ। ਬਾਬਾ ਜੀ ਨੇ ਦਿਲਾਸਾ ਦਿੱਤਾ ਤੇ ਕਿਹਾ ਕਿ ਪਰਮੇਸ਼ਵਰ ਦੇ ਭਾਣੇ ਵਿੱਚ ਹੀ ਰਹਿਣਾ ਠੀਕ ਹੈ। ਸਾਨੂੰ ਪੱਕਾ ਦ੍ਰਿੜ ਨਿਸ਼ਚੈ ਹੈ
ਕਿ ਸਾਡੇ ਸਰੀਰ ਨੂੰ ਕੁਝ ਨਹੀਂ ਹੋਵੇਗਾ। ਇਹ ਤਾਂ ਕੇਵਲ ਤੈਨੂੰ ਗਿਆਤ ਵਜੋਂ ਦੱਸਿਆ ਹੈ ਕਿ ਸ਼ਾਇਦ ਜੇ ਕੋਈ ਭਾਣਾ ਵਰਤ ਜਾਵੇ ਤਾਂ ਸਰੀਰ ਐਵੇਂ ਪਿਆ ਖਰਾਬ ਨਾ ਹੋਵੇ। ਸੋ ਅਗਲੇ ਦਿਨ ਸਵੇਰ ਦਾ ਨਿਤਨੇਮ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਹੇ ਗਰੀਬ ਨਵਾਜ਼, ਆਪ ਜੀ ਦੇ ਬਚਨਾਂ ਦੀ ਕਮਾਈ ਕਰਕੇ ਵੇਖਣ ਵਾਸਤੇ 40 ਦਿਨ ਲਈ ਆਪ ਜੀ ਦੇ ਚਰਨਾਂ ਵਿੱਚ ਸਾਡਾ ਇਹ ਨਿਮਾਣਾ ਸਰੀਰ ਹਾਜ਼ਰ ਹੈ। ਆਪ ਜੀ ਨਾਮ ਦਾ ਆਧਾਰ ਬਖਸ਼ਿਸ਼ ਕਰਕੇ ਮਿਹਰਾਂ ਬਰਸਾਵੋ। ਸਿਮਰਨ ਆਰੰਭ ਕਰ ਦਿੱਤਾ। ਆਪ ਜੀ ਤੜਕੇ 2 ਵਜੇ ਉੱਠ ਖਲੋਤੇ। ਇਸ਼ਨਾਨ ਕਰਨ ਉਪਰੰਤ ਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੀ ਹੋਇਆ ਨਿਤਨੇਮ ਕਰਦੇ। ਉਸ ਤੋਂ ਪਿੱਛੋਂ ਸੁਖਮਨੀ ਸਾਹਿਬ ਜੀ ਦਾ ਪਾਠ ਬੜੇ ਰੰਗ ਵਿੱਚ ਸਹਿਜ ਨਾਲ ਕਰਦੇ। ਸਾਰਾ ਦਿਨ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ। ਸੋਦਰ ਦੇ ਪਾਠ ਦੀ ਹਾਜ਼ਰੀ ਲਵਾ ਕੇ 10 ਵਜੇ ਰਾਤ ਤੱਕ ਫਿਰ ਸਿਮਰਨ ਵਿੱਚ ਜੁਟ ਜਾਂਦੇ। ਉਪਰੰਤ ਅੱਧਾ ਕੁ ਘੰਟਾ ਇਸ ਗੁਫਾ ਵਿੱਚੋਂ ਰਾਤ ਨੂੰ ਬਾਹਰ ਨਿਕਲ ਕੇ ਥੋੜਾ ਫਿਰ ਤੁਰੇ ਲੈਂਦੇ। 11 ਵਜੇ ਦੇ ਕਰੀਬ ਸੋਹਲੇ ਦਾ ਪਾਠ ਕਰਕੇ ਥੋੜਾ ਆਰਾਮ ਕਰਦੇ। ਇਸ ਪ੍ਰਕਾਰ ਨਿਤ ਕਿਰਿਆ ਬਣਾ ਲਈ। ਬਾਬਾ ਜੀ ਦੱਸਦੇ ਸਨ, ਉਹਨਾਂ ਨੇ ਆਪਣੀ ਜੀਵਨੀ ਵਿੱਚ ਇਹ ਦੱਸਿਆ ਹੈ ਕਿ 40 ਦਿਨ ਦਾ ਸਮਾਂ ਐਸੇ ਆਨੰਦ ਵਿੱਚ ਬੀਤਿਆ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਆਨੰਦ ਦੀ ਭੁੱਖ ਜਾਂ ਅੰਨ ਦੀ ਭੁੱਖ, ਜਲ ਦੀ ਪਿਆਸ ਤਾਂ ਇੱਕ ਪਾਸੇ ਰਹੀ, ਅੰਦਰੋਂ ਇਹਨਾਂ ਨੂੰ ਗ੍ਰਹਿਣ ਕਰਨ ਵਾਸਤੇ ਮਨ ਵਿੱਚ ਵਾਸ਼ਨਾ ਤੱਕ ਵੀ ਪੈਦਾ ਨਹੀਂ ਹੋਈ। ਨਾ ਹੀ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਹੋਈ। ਚੰਗੀ ਤਰ੍ਹਾਂ ਆਪਣੇ ਸਰੀਰ ਦੁਆਰਾ ਪਰਖ ਲਿਆ ਗਿਆ। 40 ਦਿਨਾਂ ਬਾਅਦ ਅਰਦਾਸ ਕਰਕੇ ਗੁਰੂ ਮਹਾਰਾਜ ਜੀ ਦਾ ਧੰਨਵਾਦ ਕੀਤਾ। ਇਹਨਾਂ ਦਿਨਾਂ ਵਿੱਚ ਸਤਿਗੁਰੂ ਜੀ ਨੇ ਹੋਰ ਬੇਅੰਤ ਆਤਮਿਕ ਉન્નਤੀ ਅਤੇ ਨਾਮ ਦਾ ਰਸ ਪ੍ਰਦਾਨ ਕੀਤਾ ਜੋ ਦੱਸਿਆ ਨਹੀਂ ਜਾ ਸਕਦਾ, ਕੇਵਲ ਅਨੁਭਵ ਹੀ ਕੀਤਾ ਜਾ ਸਕਦਾ ਹੈ। ਚੰਗੀ ਤਰ੍ਹਾਂ ਨਿਸ਼ਚੈ ਹੋ ਗਿਆ ਕਿ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ ਵਿੱਚ ਜੋ ਵੀ ਅੱਖਰ ਲਿਖਣਾ ਕੀਤਾ ਹੈ ਉਹ ਪੱਥਰ ਉੱਪਰ ਲਕੀਰ ਵਾਂਗ ਅਮਿੱਟ ਹੈ। ਅਜੇ ਪੱਥਰ ਦੀ ਲਕੀਰ ਤਾਂ ਮਿਟ ਜਾਏਗੀ, ਸ਼ਾਇਦ ਮਿਟ ਵੀ ਜਾਵੇ, ਪਰ ਗੁਰਬਾਣੀ ਦੇ ਵਿੱਚ ਜੋ ਵਚਨ ਹਨ ਸਦੀਵੀ ਕਾਲ ਅਟਲ ਸੱਚਾਈ ਹੈ। ਹੁਣ ਤਾਂ ਕੇਵਲ ਸਾਡੇ ਆਪਣੇ ਮਨ ਵਿੱਚ ਹੈ। ਸਾਡੇ ਮਨ ਵਿੱਚ ਕਮੀ ਹੈ। ਜੋ ਪ੍ਰਾਣੀ ਦ੍ਰਿੜਤਾ ਦੇ ਨਾਲ ਗੁਰਬਾਣੀ ਦੇ ਬਾਕਾਂ ਉੱਪਰ ਨਿਸ਼ਚੈ ਕਰ ਲਵੇ, ਉਸ ਉੱਤੇ ਜ਼ਰੂਰ ਗੁਰਬਾਣੀ ਦੀ ਪਾਰਸ ਕਲਾ ਵਰਤਦੀ ਹੈ। ਲੋੜ ਕੇਵਲ ਗੁਰੂ ਦੇ ਬਚਨਾਂ ਨੂੰ ਸਤ ਕਰ ਕੇ ਮੰਨਣ ਦੀ ਹੈ। ਤਾਂ ਹੀ ਗੁਰਦੇਵ ਪਿਤਾ ਜੀ ਕਹਿੰਦੇ ਹਨ ਕਿ ਮਨ ਇੱਕ ਚਿੱਤ ਕਰਕੇ ਬਾਣੀ ਪੜ੍ਹੇਗਾ, ਉਸ ਨੂੰ ਸਭ ਕੁਝ ਮਿਲੇਗਾ। ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਆਪਣੇ ਜੀਵਨ ਵਿੱਚ ਗੁਰਬਾਣੀ ਦੇ ਸਿਧਾਂਤ ਨੂੰ ਪਰਖ ਕੇ ਦੇਖ ਲਵੇ। ਬਿਨਾਂ ਪਰਖ ਕੀਤੇ ਪਰਮੇਸ਼ਵਰ ਜੀ ਦੀ ਬਾਣੀ ਪ੍ਰਤੀ ਤਰਕ ਕਰਨਾ ਆਪਣੇ ਆਪ ਨਾਲ ਬਹੁਤ ਵੱਡਾ ਧੋਖਾ ਹੈ, ਪਾਪ ਹੈ, ਮਹਾਪਾਪ ਹੈ। ਜੋ ਗੁਰੂ ਬਚਨਾਂ ਨੂੰ ਸੱਚ ਮੰਨ ਕੇ ਯਕੀਨ ਭਰੋਸੇ ਸਹਿਤ ਗੁਰਬਾਣੀ ਉੱਪਰ ਨਿਸ਼ਚੈ ਕਰਦਾ ਹੈ, ਉਹ ਵਾਹਿਗੁਰੂ ਜੀ ਵਿੱਚ ਹੀ ਲਵਲੀਨ ਹੋ ਜਾਂਦਾ ਹੈ, ਉਸ ਦਾ ਰੂਪ ਬਣ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਸਤ ਦਾ ਸਰੂਪ ਹੈ। ਗੁਰਬਾਣੀ ਦੁਆਰਾ ਭਰੋਸਾ ਕਰਨ ਨਾਲ ਹੀ ਸਤ ਸਰੂਪ ਦਾ ਰੂਪ ਬਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਬਾਬਾ ਜੀ ਨੇ 40 ਦਿਨ ਦਾ ਆਪਣਾ ਪਾਠ, ਆਪਣਾ ਨਿਯਮ ਪੂਰਾ ਕੀਤਾ। ਬਾਬਾ ਜੀ ਨੇ ਉਹਨਾਂ 40 ਦਿਨਾਂ ਵਿੱਚ ਆਪਣੇ ਕੋਲ ਇੱਕ ਘੜੇ ਵਿੱਚ 40 ਗਲਾਸ ਪਾਣੀ ਦੇ ਤੇ 40 ਜੌਂ ਰੱਖੇ ਸਨ। ਉਹ ਇੱਕ ਜੌਂ ਦਾ ਟੁਕੜਾ ਖਾਂਦੇ ਸੀ ਤੇ ਇੱਕ ਗਲਾਸ ਪਾਣੀ ਪੀਂਦੇ ਸੀ। ਇਸ ਤੋਂ ਸਿਵਾਏ ਬਾਬਾ ਜੀ ਕੋਈ ਵੀ ਆਹਾਰ ਨਹੀਂ ਕਰਦੇ ਸੀ, ਸਿਰਫ ਬਾਣੀ ਦਾ ਆਹਾਰ ਕਰਦੇ ਸੀ। ਤੇ ਉਹਨਾਂ ਨੂੰ ਇੰਨੀਆਂ ਸਾਰੀਆਂ ਬਖਸ਼ਿਸ਼ਾਂ ਹੋਈਆਂ। ਸਾਨੂੰ ਰਸਤਾ ਖੋਲ੍ਹ ਕੇ ਗਏ ਬਾਬਾ ਜੀ। ਇੱਕ ਆਮ ਜ਼ਿੰਦਗੀ ਵਿੱਚ ਵੀ ਰਹਿ ਕੇ ਜੀਵ ਕਿੰਨੀ ਵੱਡੀ ਤਪੱਸਿਆ ਕਰ ਸਕਦਾ ਹੈ, ਇਹ ਦੱਸ ਕੇ ਗਏ ਬਾਬਾ ਜੀ। ਬਾਬਾ ਜੀ ਅੱਜ ਵੀ ਸਾਡੇ ਆਸ-ਪਾਸ ਹਾਜ਼ਰ ਨਾਜ਼ਰ ਹਨ। ਬਸ ਉਹਨਾਂ ਨੂੰ ਸੱਚੇ ਮਨ ਤੋਂ ਯਾਦ ਕਰਨ ਦੀ ਜ਼ਰੂਰਤ ਹੈ। ਉਹ ਸਾਰੀਆਂ ਖੁਸ਼ੀਆਂ ਦਿੰਦੇ ਹਨ, ਨਾਮ ਨਾਲ ਜੋੜਦੇ ਹਨ, ਨਾਮ ਦਾ ਰਸ ਵੀ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।